Hello students. So today we will go for abstract methods and classes. The abstract methods ਕੀ ਹੁੰਦੇ ਨੇ? क्लास ਦੇ ਵਿੱਚ methods ਹੁੰਦੇ ਨੇ, defined ਹੁੰਦੇ ਨੇ, but ਅਗਰ ਕੋਈ method defined ਨਹੀਂ ਹੈ ਉਹ method ਕੀ ਹੈ? abstract method। ਤੇ ਜਿਵੇਂ ਆ ਲਿਖਿਆ ਹੋਇਆ ਹੈ abstract class shape ਹੈ ਉਹਦੇ ਚ draw method ਦੇਖੋ explain ਨਹੀਂ define ਨਹੀਂ ਕੀਤਾ ਯਾਨੀ ਸੈਮੀਕੋਲਨ ਲਗਾਤਾ ਇਹਦਾ ਮਤਲਬ ਕੀ ਹੈ ਕਿ ਇਹਨੂੰ ਮੈਥਡ ਨੂੰ ਡਿਫਾਈਨ ਨਹੀਂ ਕੀਤਾ ਤੇ ਜਿਹੜੇ ਮੈਥਡ ਨੂੰ ਆਪਾਂ ਡਿਫਾਈਨ ਨਹੀਂ ਕਰਦੇ ਉਹ ਮੈਥਡ ਕੀ ਹੁੰਦਾ ਹੈ ਐਬਸਟਰੈਕਟ ਮੈਥਡ। ਹਾਂਜੀ ਔਰ ਜਿਹੜੀ ਕਲਾਸ ਦੇ ਵਿੱਚ ਅਗਰ ਕੋਈ ਵੀ ਕਲਾਸ ਹੈ ਅਗਰ ਉਹਦੇ 'ਚ ਇੱਕ ਵੀ ਮੈਥਡ ਐਬਸਟਰੈਕਟ ਹੈ ਇੱਕ ਵੀ ਮੈਥਡ ਐਬਸਟਰੈਕਟ ਹੈ ਉਹ ਕਲਾਸ ਕੀ ਬਣ ਜੂਗੀ ਐਬਸਟਰੈਕਟ ਯਾਨੀ ਜਿਹੜਾ ਮੈਥਡ ਆਪਾਂ ਡਿਫਾਈਨ ਨਹੀਂ ਕਰਦੇ ਉਹਦੇ ਅੱਗੇ ਵੀ ਐਬਸਟਰੈਕਟ ਲੱਗੂਗਾ ਜਿਹੜੀ ਕਲਾਸ ਦੇ ਵਿੱਚ ਇੱਕ ਵੀ ਮੈਥਡ ਐਬਸਟਰੈਕਟ ਹੈ ਉਹ ਵੀ ਕੀ ਬਣ ਜੂਗੀ ਐਬਸਟਰੈਕਟ ਕਲਾਸ। ਫਿਰ ਹੁਣ ਜਦ ਆਪਾਂ ਐਬਸਟਰੈਕਟ ਕਲਾਸ ਹੈ ਇਹਦਾ ਆਬਜੈਕਟ ਨਹੀਂ ਬਣ ਸਕਦਾ ਕਿਉਂਕਿ ਡਰਾ ਮੈਥਡ ਨਹੀਂ ਕਾਲ ਹੋ ਸਕਦਾ ਹੈ ਨਾ ਉਹਨੂੰ ਡਿਫਾਈਨਡ ਨਹੀਂ ਹੈਗਾ ਤੇ ਜਦ ਇਹਦਾ ਆਬਜੈਕਟ ਨਹੀਂ ਬਣ ਸਕਦਾ ਕਲਾਸ ਦਾ ਤਾਂ ਇਹ ਫਿਰ ਆਪਾਂ ਹੁਣ ਇਹਦਾ ਫਾਇਦਾ ਕੀ ਹੈ ਨਾ ਵੀ ਆਪਾਂ ਤਾਂ ਹੀ ਹੈ ਵੀ ਕਲਾਸ ਬਣੇਗੀ ਆਬਜੈਕਟਸ ਬਣਨਗੇ ਤੇ ਉਹ ਉਸ ਕਲਾਸ ਦੇ ਆਬਜੈਕਟਸ ਨਾਲ ਆਪਾਂ ਉਹਨਾਂ ਦੇ ਮੈਥਡਸ ਐਕਸੈਸ ਕਰ ਸਕਦੇ ਹੈਗੇ ਆ वेरिएबल्स एक्सेस कर सकते हैं। फिर इसका सोल्यूशन ये है भी इनू सब क्लास करना जरूरी है जब ये सुपर क्लास बन चुकी ये सब क्लास की है वो ड्रॉ मैथड डिफाइन करूगी ਉਹਦੇ ਲਈ ਜ਼ਰੂਰੀ है ना बट अगर ये सब क्लास ने भी ये मैथड डिफाइन नहीं किया तो वो क्लास की बन जूगी वो क्लास फिर एबस्ट्रैक्ट क्लास बन जाएगी। इसलिए इसका मतलब की होया भी एबस्ट्रैक्ट क्लास ਨੂੰ डिफाइन करना ज़रूरी है सब क्लास करना सॉरी बिल्कुल उल्टा हो गया ना जिमें फाइल जी क्लास के अगे फाइनल लगा दो है ना तो वो क्लास अगे सब क्लास नहीं हो सकती हैगी तो जी क्लास के अगे सबट्रैक्ट एबस्ट्रैक्ट लग जाता है वो क्लास ਨੂੰ सब क्लास करनी ज़रूरी होंगी हैगी है ठीक है। तो यदा मतलब की है अ मैथड फाइनल विल इंश्योर दैट मैथड जोड़े है वो नॉट डिफाइंड इन अ सब क्लास the method can never be subclassed है ना मैथड के केस ਦੇ फाइनल मैथड ਦੇ ਵਿੱਚ ਕੀ ਹੁੰਦਾ ਕਿ ਉਹ सब क्लास 'ਚ ओवरराइड नहीं हो सकता हैगा। तो Java allows us to something that is exactly opposite to that मगर ਜਿਹੜੀ ਇਹਦਾ opposite ਕੀ ਹੈ ਵੀ ਜਿਹੜੇ ਅੱਗੇ ਐਬਸਟਰੈਕਟ ਮੈਥਡ ਲੱਗ ਜਾਂਦਾ ਉਹ सब क्लास 'ਚ ਡਿਫਾਈਨ ਕਰਨਾ ਜ਼ਰੂਰੀ ਹੁੰਦਾ ਹੈਗਾ ਤੇ ਐਬਸਟਰੈਕਟ ਕਲਾਸ ਦੀਆਂ ਕੀ ਹੁੰਦੀਆਂ ਦੋ ਚਾਰ ਚੀਜ਼ਾਂ ਜ਼ਰੂਰੀ ਇਹਦੇ ਇੱਕ ਕੁਛ ਕੰਡੀਸ਼ਨਸ ਨੇ ਵੀ ਇਹ ਕਲਾਸ ਕੀ ਹੈਗੀ ਹੈ ਇਹਦਾ ਕਲਾਸ ਦਾ ਆਬਜੈਕਟ ਇੰਸਟੈਂਸ ਜਿਹੜਾ ਹੈਗਾ ਉਹ ਨਹੀਂ ਬਣ ਸਕਦਾ ਯਾਨੀ ਆ ਸਟੇਟਮੈਂਟ ਕੀ ਹੈ ਗਲਤ ਹੈ ਇਲੀਗਲ ਹੈ ਠੀਕ ਹੈ। ਐਬਸਟਰੈਕਟ ਕਲਾਸ ਮੈਥਡਸ ਆਫ ਅ ਐਬਸਟਰੈਕਟ ਕਲਾਸ ਮਸਟ ਬੀ ਡਿਫਾਈਨਡ ਇਨ ਇਟਸ सब क्लास तो यदि सब क्लास जो मैथड डिफाइन करना जरूरी है ना वी कैनॉट डिक्लेयर एबस्ट्रैक्ट कंस्ट्रक्ट हाँ जो कंस्ट्रक्टर्स ने जो स्टैटिक मैथड्स ने वो एबस्ट्रैक्ट नहीं हो सकते है ठीक है। तो ये हो गया बेटा तुहाडा एबस्ट्रैक्ट मैथड ते एबस्ट्रैक्ट क्लास ਇਹਦਾ प्रोग्राम ਜਿਹੜਾ ਹੈਗਾ मैं ਤੁਹਾਨੂੰ कुछ नोट्स दूँगी कंप्लीट रैफरेंस तो ਉਹਦੇ ਵਿੱਚ ਤੁਸੀਂ ਆਪਣੀਆਂ ਅਸਾਈਨਮੈਂਟਸ ਬਣਾ ਲਿਓ। ਉਸ ਤੋਂ ਬਾਅਦ ਆਪਣਾ ਨੈਕਸਟ ਟੌਪਿਕ ਹੈ ਵਿਜ਼ਿਬਿਲਿਟੀ ਕੰਟਰੋਲ। ਵਿਜ਼ਿਬਿਲਿਟੀ ਕੰਟਰੋਲ ਦਾ ਮਤਲਬ ਹੈਗਾ ਕਿ ਜਿਹੜੇ ਆਪਾਂ ਐਕਸੈਸ ਪੈਸੇ ਵਾਸਤੇ ਮੈਂ ਤੁਹਾਨੂੰ C++ 'ਚ ਇਹ ਚੀਜ਼ ਦਾ ਪਤਾ ਸੀ ਵੀ ਜਿਹੜੇ ਵੇਰੀਏਬਲ ਪ੍ਰਾਈਵੇਟ ਹੁੰਦੇ ਨੇ ਉਹ ਉਸੇ ਕਲਾਸ ਤੱਕ ਸੀਮਿਤ ਰਹਿੰਦੇ ਨੇ ਜਿਹੜੇ ਪਬਲਿਕ ਹੁੰਦੇ ਨੇ ਉਹ ਕਿਤੇ ਵੀ ਆਪਾਂ ਐਕਸੈਸ ਕਰ ਸਕਦੇ ਹਾਂ ਪਰ ਜਿਹੜੇ ਪ੍ਰੋਟੈਕਟਿਡ ਹੁੰਦੇ ਸੀ ਉਹ ਸਿਰਫ ਉਹਦੀ ਉਸ ਕਲਾਸ ਦੇ ਵਿੱਚ ਅਤੇ ਉਹਦੀ ਸਬ ਕਲਾਸ ਦੇ ਵਿੱਚ ਐਕਸੈਸ ਹੋ ਸਕਦੇ ਸੀ। ਐਵੇਂ ਹੀ ਇਹਦੇ ਵਿੱਚ ਸਕੋਪ ਕੀ ਹੈ ਪਬਲਿਕ ਦਾ ਕੀ ਹੈ ਸਾਰੀ ਜਗ੍ਹਾ ਐਕਸੈਸ ਹੋ ਸਕਦਾ ਹੈਗਾ। ਫਰੈਂਡਲੀ ਦਾ ਕੀ ਹੈਗਾ ਵੀ ਉਹ ਸਾਰੇ ਫੋਲਡਰ ਦੇ ਵਿੱਚ ਉਹ ਫੋਲਡਰ ਦੇ ਵਿੱਚ ਜਿੱਥੇ ਸਾਰੀਆਂ ਕਲਾਸਿਸ ਨੇ ਇੱਕ ਫੋਲਡਰ ਦੇ ਵਿੱਚ ਆਪਾਂ ਅਗਰ 5 ਕਲਾਸਿਸ ਹੈਗੇ ਤਾਂ ਉਹ ਵੇਰੀਏਬਲ 5 ਕਲਾਸਿਸ ਨੂੰ ਐਕਸੈਸ ਹੋਏਗਾ। ਪ੍ਰੋਟੈਕਟਿਡ ਦਾ ਮਤਲਬ ਕੀ ਹੈਗਾ ਵੀ ਉਹ ਫੋਲਡਰ ਦੇ ਵਿੱਚ ਵੀ ਐਕਸੈਸ ਹੋਊਗਾ ਅਤੇ ਦੂਜੇ ਫੋਲਡਰ ਦੀ ਸਬ ਕਲਾਸ 'ਚ ਵੀ ਐਕਸੈਸ ਹੋਏਗਾ। ਅਤੇ ਪ੍ਰਾਈਵੇਟ ਦਾ ਮਤਲਬ ਤਾਂ ਇਕੱਲਾ ਕਲਾਸ ਤੱਕ ਸੀਮਿਤ ਹੁੰਦਾ ਅਤੇ ਪ੍ਰਾਈਵੇਟ ਪ੍ਰੋਟੈਕਟਿਡ ਦਾ ਮਤਲਬ ਹੁੰਦਾ ਕਿ ਹੁਣ ਪ੍ਰੋਟੈਕਟਿਡ ਵੈਸੇ ਤਾਂ ਇਕੱਲੀ ਸਬ ਕਲਾਸ ਨੂੰ ਹੀ ਐਕਸੈਸ ਹੋਣਾ ਚਾਹੀਦਾ ਸੀ ਬਟ ਇਹਦੇ ਵਿੱਚ ਪ੍ਰੋਟੈਕਟਿਡ ਕੀ ਹੈ ਸਬ ਕਲਾਸਿਸ ਨੂੰ ਤਾਂ ਹੁੰਦਾ ਹੀ ਹੁੰਦਾ ਸਾਰੇ ਫੋਲਡਰ ਨੂੰ ਵੀ ਹੁੰਦਾ ਬਟ ਪ੍ਰਾਈਵੇਟ ਪ੍ਰੋਟੈਕਟਿਡ ਨਾਲ ਸਿਰਫ ਸਬ ਕਲਾਸਿਸ ਨੂੰ ਹੀ ਹੁੰਦਾ ਚਾਹੇ ਉਹ
सेम फोल्डर ਦੇ ਵਿੱਚ ਸਬ ਕਲਾਸ ਹੋਵੇ ਚਾਹੇ ਉਹ ਦੂਜੇ ਫੋਲਡਰ 'ਚ ਸਬ ਕਲਾਸ ਹੋਵੇ। ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੇ ਐਕਸੈਸ ਸਪੈਸੀਫਾਇਰਸ ਨੇ ਕਿਹੜੇ ਕਿਹੜੇ ਹੁੰਦੇ ਨੇ। ਇੱਕ ਹੁੰਦਾ ਪਬਲਿਕ, protected, friendly, ये है डिफॉल्ट। डिफॉल्ट मतलब अगर तुम सीधा इन टैक्स लिख दो है ना तो वो जिहड़ा ओहदा स्कोप की है ना ही पब्लिक है ना ही प्रोटेक्टेड है, वो की है फ्रेंडली है। ये है सपोज प्राइवेट प्रोटेक्टेड तो ये है प्राइवेट। तो ये जी आप एक्सैस कर सकते हैं कितने कितने कर सकते हैं। देखो सेम क्लास दे विच तो सारे हो जाएंगे एक्सैस, चाहे जो मर्जी सेम क्लास दे विच ते सेम फोल्डर दे विच। हाँ जी ਆਪਾਂ सेम क्लास ਦੇ ਵਿੱਚ ਜਿਹੜਾ ਵੀ ਵੇਰੀਏਬਲ ਹੈਗਾ ਜਾਂ ਪਬਲਿਕ ਹੈ, ਪ੍ਰੋਟੈਕਟਿਡ ਹੈ, ਫਰੈਂਡਲੀ ਹੈ, ਪ੍ਰਾਈਵੇਟ ਪ੍ਰੋਟੈਕਟਿਡ ਹੈ ਜਾਂ ਪ੍ਰਾਈਵੇਟ ਹੈ, ਉਹ ਤਾਂ ਸਾਰੇ ਐਕਸੈਸ ਹੋ ਸਕਦੇ ਨੇ। ਹੁਣ ਸੇਮ ਫੋਲਡਰ ਦੇ ਵਿੱਚ ਅਗਰ ਕੋਈ ਸਬ ਕਲਾਸ ਹੈ, ਠੀਕ ਹੈ, ਉਹ ਪਬਲਿਕ ਵੇਰੀਏਬਲ ਵੀ ਐਕਸੈਸ ਕਰ ਸਕਦੀ ਹੈ, ਪ੍ਰੋਟੈਕਟਿਡ ਵੀ, ਫਰੈਂਡਲੀ ਵੀ ਤੇ ਪ੍ਰਾਈਵੇਟ ਪ੍ਰੋਟੈਕਟਿਡ ਵੀ, ਮਗਰ ਪ੍ਰਾਈਵੇਟ ਨਹੀਂ ਐਕਸੈਸ ਕਰ ਸਕਦੀ। ਐਵੇਂ ਹੀ ਸੇਮ ਫੋਲਡਰ ਦੇ ਵਿੱਚ ਅਗਰ ਕੋਈ ਹੋਰ ਕਲਾਸ ਹੈ, सब क्लास नहीं है, कोई सब क्लास तो इलावा जी क्लासेस ने वो पब्लिक वेरीएबल प्रोटैक्टेड भी, देखो प्रोटैक्टेड भी यूज़ कर रही है। डिफॉल्ट जिहड़ा फ्रेंडली है वो तो कर ही सकती है, बट प्राइवेट प्रोटैक्टेड नहीं कर सकती क्योंकि ये तो सिर्फ सब क्लासेस लिए होंदा है तो प्राइवेट तो हुण कोई भी नहीं कर सकता, सिर्फ सेम क्लास च हुंदा। हुण आपां आ जाओ दूजे फोल्डर च, अदर फोल्डर दे विच सब क्लास जिहड़ा हैगा वो पब्लिक तो कर ही सकदा है, प्रोटैक्टिड तां कर रहे हैं क्योंकि सब क्लास है, प्राइवेट प्रोटैक्टिड तां कर रहे हैं क्योंकि सब क्लास है, बट डिफॉल्ट नहीं कर रहा क्योंकि दूजा फोल्डर आ गया है ना। फ्रेंडली तो जिहड़ा हुंदा सेम च हुंदा हैगा फोल्डर च। हुण आ गया अदर फोल्डर दे विच सब क्लासिस नूं छड्ड के जिहड़ी दूजी क्लास है ਉਹਦੇ ਵਿੱਚ सिर्फ पब्लिक ही एक्सैस होगा, होर कोई भी एक्सैस नहीं होएगा। ठीक है, तो ਇਹਦੇ ਨਾਲ अपना देखो ਤੁਹਾਨੂੰ ਇਹ ਟੇਬਲ ਬਹੁਤ ਈਜ਼ਲੀ ਸਮਝ ਆ ਜਾਏਗਾ। ਓਕੇ, ਤੇ ਮੈਨੂੰ ਲੱਗਦਾ ਵੀ ਤੁਹਾਨੂੰ ਅੱਜ ਦਾ ਟੌਪਿਕ ਸਮਝ ਆ ਗਿਆ ਹੋਣਾ। ਓਕੇ, ਬਾਏ।